ਹੈਲੋ ਸਟੂਡੈਂਟਸ। ਪਿਛਲੀ ਵੀਡੀਓ ਦੇ ਵਿੱਚ ਬੇਟਾ ਅਸੀਂ ਗੱਲ ਕੀਤੀ ਸੀ ਕੈਥੋਡ ਰੇਜ਼ ਦੀ ਐਂਡ ਵੀ ਕੰਕਲੂਡ ਦੈਟ ਕੈਥੋਡ ਰੇਜ਼ ਦੇ ਕੰਸਿਸਟ ਆਫ electrons and electrons are the particles that carry negative charge but atom as a whole is neutral। ਬੇਟਾ ਕੈਥੋਡ ਰੇਜ਼ ਜਿਹੜੀਆਂ ਨੇ ਉਹ ਇਲੈਕਟ੍ਰੋਨਸ ਦੀਆਂ ਬਣੀਆਂ ਹੁੰਦੀਆਂ ਨੇ ਅਤੇ ਇਲੈਕਟ੍ਰੋਨ ਦੇ ਉੱਤੇ ਨੈਗੇਟਿਵ ਚਾਰਜ ਹੁੰਦਾ ਹੈ। ਆਪਾਂ ਨੂੰ ਪਤਾ ਹੈ ਕਿ ਐਟਮ ਜਿਹੜਾ ਹੈ ਉਹ ਨਿਊਟਰਲ ਹੈ, ਐਟਮ ਐਜ਼ ਏ ਹੋਲ ਇਜ਼ ਨਿਊਟਰਲ। ਤਾਂ ਇਹਦਾ ਮਤਲਬ ਹੈ ਜੇ ਕੈਥੋਡ ਦੇ ਵਿੱਚ ਕੋਈ ਨੈਗੇਟਿਵ ਚਾਰਜ ਹੈ ਤਾਂ ਇਹਦੇ ਵਿੱਚ ਕੋਈ ਪੋਜ਼ਿਟਿਵ ਚਾਰਜ ਵੀ ਜ਼ਰੂਰ ਹੋਏਗਾ, ਜਿਸ ਕਰਕੇ ਐਟਮ ਐਜ਼ ਏ ਹੋਲ ਇਜ਼ ਨਿਊਟਰਲ। ਇਹ ਗੱਲ ਜਦੋਂ ਇਸ ਗੱਲ ਨੂੰ ਪ੍ਰੂਵ ਕਰਨ ਵਾਸਤੇ ਗੋਲਡਸਟੀਨ ਨੇ ਇੱਕ ਵਾਰ ਫਿਰ ਤੋਂ ਡਿਸਚਾਰਜ ਟਿਊਬ ਐਕਸਪੈਰੀਮੈਂਟ ਕੀਤਾ ਅਤੇ ਡਿਸਚਾਰਜ ਟਿਊਬ ਐਕਸਪੈਰੀਮੈਂਟ ਦੇ ਦੌਰਾਨ ਉਸਨੇ ਪਰਫੋਰੇਟਡ ਕੈਥੋਡ ਯੂਜ਼ ਕੀਤਾ। ਜਦੋਂ ਬੇਟਾ ਜੀ ਸੇਮ ਪ੍ਰੈਸ਼ਰ ਉੱਪਰ 10,000 ਵੋਲਟ ਪਾਸ ਕੀਤੇ ਗਏ, ਵਾਟ ਇਜ਼ ਅਬਜ਼ਰਵਡ, ਜਿਵੇਂ ਹੀ ਬੇਟਾ ਜੀ ਕਰੰਟ ਪਾਸ ਕੀਤਾ ਗਿਆ ਦੇਅਰ ਵਰ ਸਮ ਰੇਜ਼ ਵਿਚ ਓਰੀਜੀਨੇਟਡ ਫਰੋਮ ਕੈਥੋਡ ਐਂਡ ਮੂਵ ਟੁਆਰਡ ਦਾ ਐਨੋਡ। ਥੀਸ ਰੇਜ਼ ਆਰ ਕਾਲਡ ਕੈਥੋਡ ਰੇਜ਼। ਇਹਨਾਂ ਨੂੰ ਬੇਟਾ ਜੀ ਕੈਥੋਡ ਰੇਜ਼ ਦਾ ਇਹ ਕੈਥੋਡ ਰੇਜ਼ ਜਿਹੜੀਆਂ ਨੇ ਉਹ ਕੈਥੋਡ ਤੋਂ ਓਰੀਜੀਨੇਟ ਹੋਈਆਂ। ਲੇਕਿਨ ਜਦੋਂ ਨਾਲ ਦੀ ਨਾਲ ਗੋਲਡਸਟੀਨ ਨੇ ਇਹ ਅਬਜ਼ਰਵ ਕੀਤਾ ਕਿ ਦੇਅਰ ਆਰ ਸਰਟਨ ਰੇਜ਼ ਵਿਚ ਆਰ ਕਮਿੰਗ ਬਿਹਾਈਂਡ ਦਾ ਐਨੋਡ which is perforated. These rays they consist of positively charged particles and are called anode rays। ਤਾਂ ਗੋਲਡਸਟੀਨ ਨੇ ਐਨੋਡ ਰੇਜ਼ ਦੀ ਡਿਸਕਵਰੀ ਕੀਤੀ ਐਂਡ ਅੱਗੇ ਚੱਲ ਕੇ ਬੇਟੇ ਆਪਾਂ ਨੂੰ ਇਹ ਪਤਾ ਲੱਗਿਆ ਕਿ these anode rays they consist of positively charged particles, these are called protons। So Goldstein experiment led to the discovery of anode rays or the positively charged particle in the atom। ਹੁਣ ਬੇਟੇ ਇੱਥੇ ਇੱਕ ਹੋਰ ਗੱਲ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਇਹ ਐਨੋਡ ਰੇਜ਼ ਦੀ ਓਰੀਜਿਨੇਟ ਕਿਵੇਂ ਹੋਇਆ। ਜਦੋਂ ਬੇਟਾ ਜੀ ਕੈਥੋਡ ਰੇਜ਼ ਚੱਲਦੀਆਂ ਨੇ ਤਾਂ ਕੈਥੋਡ ਰੇਜ਼ ਆਪਣੇ ਰਸਤੇ ਦੇ ਵਿੱਚ ਆਉਣ ਵਾਲੇ ਜਿਹੜੇ ਗੈਸ ਪਾਰਟੀਕਲਸ ਹੁੰਦੇ ਨੇ ਉਹਨਾਂ ਗੈਸ ਪਾਰਟੀਕਲਸ ਨੂੰ ਆਇਓਨਾਈਜ਼ ਕਰਦੀਆਂ ਨੇ। ਮਤਲਬ ਕੀ ਹੈ ਕਿ ਗੈਸ ਪਾਰਟੀਕਲ ਦੇ ਵਿੱਚੋਂ ਇਲੈਕਟ੍ਰੋਨਸ ਨੂੰ ਜਿਹੜੇ ਹੈ ਉਹ ਉਹਨਾਂ ਨੂੰ ਬਾਹਰ ਕੱਢ ਦਿੰਦੀਆਂ ਨੇ ਤੇ ਜਦੋਂ ਕਿਸੇ ਐਟਮ ਦੇ ਵਿੱਚੋਂ ਕਿਸੇ ਮੋਲੀਕਿਊਲ ਦੇ ਵਿੱਚੋਂ ਇਲੈਕਟ੍ਰੋਨ ਬਾਹਰ ਚਲੇ ਜਾਣਗੇ ਤਾਂ ਆਪਣੇ ਕੋਲ ਪੋਜ਼ਿਟਿਵਲੀ ਚਾਰਜ ਪਾਰਟੀਕਲਸ ਬਣ ਜਾਂਦੇ ਨੇ। ਹੁਣ ਇਹ ਪੋਜ਼ਿਟਿਵਲੀ ਚਾਰਜ ਪਾਰਟੀਕਲ ਜਿਹੜੇ ਨੇ ਇਹਨਾਂ ਦੇ ਪੋਜ਼ਿਟਿਵ ਚਾਰਜ ਹੋਣ ਕਰਕੇ ਇਹ ਕੈਥੋਡ ਵੱਲ ਮੂਵ ਕਰਨਗੇ ਐਂਡ ਅਲਟੀਮੇਟਲੀ ਥੀਸ ਆਰ anode rays। So anode rays are formed due to property of cathode rays of ionizing the gas molecules। ਉਸ ਤੋਂ ਬਾਅਦ ਬੇਟਾ ਜੀ ਆਪਾਂ ਗੱਲ ਕਰਾਂਗੇ ਐਨੋਡ ਰੇਜ਼ ਦੀਆਂ ਪ੍ਰੋਪਰਟੀਜ਼ ਦੀ। ਪਹਿਲੀ ਪ੍ਰੋਪਰਟੀ ਬੇਟੇ ਜਿਵੇਂ ਆਪਾਂ ਪਹਿਲਾਂ ਵੀ ਪੜ੍ਹਿਆ ਸੀ ਕੈਥੋਡ ਰੇਜ਼ ਦੇ ਵਿੱਚ, ਫਸਟ ਐਨੋਡ ਰੇਜ਼ ਦੇ ਟਰੈਵਲ ਇਨ ਸਟ੍ਰੇਟ ਲਾਈਨਸ। ਇਸੇ ਤਰ੍ਹਾਂ ਹੀ ਬੇਟਾ ਜੇ ਆਪਾਂ ਐਨੋਡ ਰੇਜ਼ ਦੇ ਰਸਤੇ ਦੇ ਵਿੱਚ ਕੋਈ ਆਬਜੈਕਟ ਰੱਖਾਂਗੇ ਤੇ ਉਹਦਾ ਪਰਛਾਵਾਂ ਬਣ ਜਾਏਗਾ, ਸੋ ਦੇ ਟਰੈਵਲ ਇਨ ਸਟ੍ਰੇਟ ਲਾਈਨਸ। ਸੈਕੰਡ ਬੇਟੇ ਐਨੋਡ ਰੇਜ਼ ਦੇ ਕੰਸਿਸਟ ਆਫ ਔਰ ਦੇ ਆਰ ਮੇਡ ਅਪ ਆਫ ਮਟੀਰੀਅਲ ਪਾਰਟੀਕਲਸ। Third property, anode rays are positively charged, that is they get deflected towards negatively charged plate when an electric field is applied in their path। Next बचे fourth property है कि their charge to mass ratio E/m ratio depends upon the nature of the gas taken in the discharge tube। ਡਿਸਚਾਰਜ ਟਿਊਬ ਦੇ ਵਿੱਚ ਜਿਹੜੀ ਆਪਾਂ ਗੈਸ ਲਵਾਂਗੇ ਉਸੇ ਤਰ੍ਹਾਂ ਹੀ ਜਿਹੜੀ ਹੈ ਉਹਦੀ ਚਾਰਜ ਟੂ ਮਾਸ ਰੇਸ਼ੋ ਜਿਹੜੀ ਹੈ ਆਪਾਂ ਨੂੰ ਓਬਟੇਨ ਹੁੰਦੀ ਹੈ। ਇਸ ਕੇਸ ਦੇ ਵਿੱਚ ਆਪਾਂ ਨੇ ਜਦੋਂ ਹਾਈਡਰੋਜਨ ਵਾਸਤੇ ਐਕਸਪੈਰੀਮੈਂਟ ਕੀਤਾ ਗਿਆ ਤਾਂ ਹਾਈਡਰੋਜਨ ਜਿਹੜਾ ਹੈ ਉਹ ਲਾਈਟੈਸਟ ਐਲੀਮੈਂਟ ਹੁੰਦਾ ਹੈ ਤਾਂ ਇਹਦੀ ਜਿਹੜੀ E/m ਰੇਸ਼ੋ ਹੈ ਆਪਣੇ ਕੋਲ ਮੈਕਸਿਮਮ ਆਉਂਦੀ ਹੈ। ਤਾਂ ਇਹ ਕੀ ਹੈ 9.58 10⁴ ਕੂਲਮਸ ਪਰ ਗ੍ਰਾਮ ਫॉर ਹਾਈਡਰੋਜਨ ਗੈਸ ਵੈਨ used in this experiment the charge to mass ratio is 9.58 10⁴ coulombs per gram। ਬੇਟੇ ਇੱਥੇ ਬੜੀ ਇੰਪੋਰਟੈਂਟ ਪ੍ਰੋਪਰਟੀ ਹੈ ਜਿਹੜੀ ਕੈਥੋਡ ਰੇਜ਼ ਨਾਲੋਂ ਡਿਫਰੈਂਸ਼ੀਏਟ ਕਰਦੀ ਹੈ ਕਿ ਇਨ ਕੇਸ ਆਫ ਕੈਥੋਡ ਰੇਜ਼, ਉਸ ਦਿਨ ਵੀਡੀਓ ਵਿੱਚ ਆਪਾਂ ਇਹ ਗੱਲ ਨਹੀਂ ਸੀ ਕੀਤੀ ਜਿਹੜੀ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ ਕਿ ਇਨ ਕੇਸ ਆਫ ਕੈਥੋਡ ਰੇਜ਼ the E/m ratio is 1.76 10⁸ coulombs per gram। ਆਪਾਂ ਡਿਸਚਾਰਜ ਟਿਊਬ ਦੇ ਵਿੱਚ ਕੋਈ ਵੀ ਗੈਸ ਲੈ ਲਈਏ ਹਮੇਸ਼ਾ E/m ਰੇਸ਼ੋ ਕੈਥੋਡ ਰੇਜ਼ ਵਾਸਤੇ ਸੇਮ ਆਉਂਦੀ ਹੈ। ਇਹਦਾ ਮਤਲਬ ਕੀ ਹੈ ਕਿ the E/m ratio for the cathode rays
do not depend upon the nature of the gas taken in the discharge tube। ਆਪਾਂ ਕੋਈ ਵੀ ਗੈਸ ਜੇ ਡਿਸਚਾਰਜ ਟਿਊਬ ਵਿੱਚ ਲਵਾਂਗੇ ਤਾਂ ਹਮੇਸ਼ਾ ਰੇਸ਼ੋ ਜਿਹੜੀ ਹੈ 1.76 10⁸ ਕੂਲਮਸ ਪਰ ਗ੍ਰਾਮ ਹੀ ਆਏਗੀ। ਲੇਕਿਨ ਐਨੋਡ ਰੇਜ਼ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਐਨੋਡ ਰੇਜ਼ ਦੇ ਵਿੱਚ ਦਾ ਚਾਰਜ ਟੂ ਮਾਸ ਰੇਸ਼ੋ ਡਿਪੈਂਡਸ ਅਪॉन ਦਾ ਨੇਚਰ ਆਫ ਦਾ ਗੈਸ ਟੇਕਨ ਇਨ ਦਾ ਡਿਸਚਾਰਜ ਟਿਊਬ। फिर बेटा जी फ्रॉम E/m रेशो वी कैन कैलकुलेट द मास ऑफ ए प्रोटोन। E divided by E/m मतलब mass charge on the protons divided by charge to mass ratio. This comes out to be 1.67 10⁻24 grams. This mass is nearly equal to the mass of the hydrogen atom. But in case of electrons, the mass of the electron comes out to be 9.8 10⁻28 grams. That is 1/1831 mass of that of the hydrogen atom. So bete this is this is the discovery of the anode rays and their properties. ਥੈਂਕ ਯੂ ਬੱਚੇ। ਵੀਡੀਓ ਨੂੰ ਤੁਸੀਂ ਜਿਹੜਾ ਹੈ ਉਹ ਸੁਣਨਾ ਹੈ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਇਹਦੀ ਇੱਕ ਪਿਕਚਰ ਵੀ ਖਿੱਚ ਕੇ ਭੇਜ ਦਿਆਂਗਾ ਜਿਹੜੀ ਤੁਸੀਂ ਆਪਣੀ ਕਾਪੀ ਦੇ ਵਿੱਚ ਨੋਟ ਕਰ ਲੈਣੀ ਹੈ। ਥੈਂਕਸ ਅ ਲੋਟ।